Dear students, welcome back to new lecture. Today we are going to start the topic mathematical tools. Last lecture ਦੇ ਵਿੱਚ ਅਸੀਂ ਫਿਜ਼ਿਕਸ ਬਾਰੇ ਡਿਸਕਸ ਕੀਤਾ, ਫਿਜ਼ੀਕਲ ਵਰਲਡ ਬਾਰੇ ਡਿਸਕਸ ਕੀਤਾ, ਫਿਜ਼ਿਕਸ ਦੇ ਲਾਜ਼ ਬਾਰੇ, ਥਿਊਰੀਜ਼ ਬਾਰੇ ਆਪਾਂ ਡਿਸਕਸ ਕੀਤਾ। ਇੱਕ ਗੱਲ ਤੁਹਾਨੂੰ ਮੈਂ ਦੱਸੀ ਸੀ ਕਿ ਜਿਹੜੀ ਲੈਂਗੁਏਜ ਹੈ ਫਿਜ਼ਿਕਸ ਦੀ ਉਹ ਮੈਥਮੈਟਿਕਸ ਹੈ। ਇਹਦਾ ਮਤਲਬ ਫਿਜ਼ਿਕਸ ਨੂੰ ਜੇ ਅਸੀਂ ਸੁਖਾਲਾ ਕਰਨਾ ਹੈ, ਉਹਨੂੰ ਸੌਖੇ ਤਰੀਕੇ ਨਾਲ ਪੜ੍ਹਨਾ ਚਾਹੁੰਦੇ ਹਾਂ, ਸਮਝਣਾ ਚਾਹੁੰਦੇ ਹਾਂ, ਤੇ ਸਾਨੂੰ ਕੁਝ ਬੇਸਿਕ ਜਿਹੜਾ ਹੈ ਮੈਥ ਉਹਨੂੰ ਸਮਝਣਾ ਪਏਗਾ। ਆਓ ਅਸੀਂ ਅੱਜ ਕੁਝ ਇੰਪੋਰਟੈਂਟਸ ਜਿਹੜੇ ਨੇ ਬੇਸਿਕ ਮੈਥ ਦੇ ਜਿਹੜੇ ਫਾਰਮੂਲੇ ਜਿਹੜੇ ਨੇ ਅਸੀਂ ਉਹਨੂੰ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇੱਕ ਇਕੁਏਸ਼ਨ ਲਿਖਦੇ ਹਾਂ, y equal to fx। ਇਸ ਇਕੁਏਸ਼ਨ ਨੂੰ ਅਸੀਂ ਕਿਸ ਤਰ੍ਹਾਂ ਪੜਾਂਗੇ? y is a, ਜਿਹੜਾ ਇਕੁਅਲ ਹੈ ਇਹਨੂੰ is a, y is a, f ਦਾ ਮਤਲਬ ਹੈ ਫੰਕਸ਼ਨ, ਬ੍ਰੈਕਟ ਦਾ ਮਤਲਬ ਹੁੰਦਾ ਹੈ of, ਅੱਗੇ ਆ ਗਿਆ x। ਇਸ ਨੂੰ ਕੀ ਪੜਾਂਗੇ? y is a function of x, ਕਿ ਜਿਹੜਾ y ਹੈ x ਦਾ ਫੰਕਸ਼ਨ ਹੈ। ਇਸ ਇਕੁਏਸ਼ਨ ਦਾ ਐਕਚੁਅਲੀ ਮੀਨਿੰਗ ਕੀ ਹੈ? ਆਓ ਇਸ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। Suppose we have an equation y equal to 2x। ਮੰਨ ਲਓ ਸਾਡੇ ਕੋਲ ਇਕੁਏਸ਼ਨ ਹੈ y equal to 2x। ਇਸ ਇਕੁਏਸ਼ਨ ਤੋਂ ਪਤਾ ਲੱਗਦਾ ਹੈ ਕਿ y ਦੀ ਜਿਹੜੀ ਵੈਲਿਊ ਹੈ x ਦੇ ਟਵਾਈਸ ਹੈ। ਜਿੰਨਾ x ਹੋਏਗਾ ਉਹਦਾ ਜਿਹੜਾ ਡਬਲ ਜਿਹੜਾ ਹੋਏਗਾ ਉਹ ਸਾਡੀ ਵੈਲਿਊ ਆਏਗੀ y ਦੀ। if x equal to 1, ਜੇ ਅਸੀਂ ਇੱਥੇ x ਨੂੰ 1 ਪੁੱਟ ਕਰਦੇ ਹਾਂ, then y will become 2 multiply 1 equal to 2। ਜੇ x 1 ਹੈ ਤੇ y ਦੀ ਵੈਲਿਊ 2 ਹੋ ਗਈ, ਇਹਦੇ ਨਾਲੋਂ ਡਬਲ। ਜੇ ਅਸੀਂ x ਨੂੰ ਅਸੀਂ 2 ਪੁੱਟ ਕਰਦੇ ਹਾਂ ਤੇ 2 multiply by 2 then y equal to, ਇਹਦਾ ਮਤਲਬ ਹੁੰਦਾ ਹੈ this imply y equal to 2 multiply by 2 it is equal to 4। ਕਹਿਣ ਦਾ ਮਤਲਬ ਹੈ ਇਸ ਇਕੁਏਸ਼ਨ ਤੋਂ ਪਤਾ ਲੱਗਾ ਕਿ y ਦੀ ਵੈਲਿਊ x ਤੋਂ ਡਬਲ ਹੈ। y ਦੀ ਵੈਲਿਊ x ਦੇ ਅਕੋਰਡਿੰਗ ਚੇਂਜ ਹੋ ਰਹੀ ਹੈ। ਜੇ x 1 ਹੈ ਤੇ y 2 ਹੋਏਗਾ। ਜੇ ਅਸੀਂ x ਨੂੰ 2 ਕਰ ਦਿੰਦੇ ਹਾਂ ਤਾਂ ਸਾਡੀ ਜਿਹੜੀ ਹੈ y ਦੀ ਵੈਲਿਊ 4 ਹੋ ਗਈ। Similarly, if we put x equal to 3, then y will become 6। ਇਹਦਾ ਮਤਲਬ y ਜਿਹੜਾ ਹੈ ਆਪਣੀ ਵੈਲਿਊ ਚੇਂਜ ਕਰ ਰਿਹਾ ਹੈ ਅਕੋਰਡਿੰਗ ਟੂ ਦਾ ਵੈਲਿਊ ਆਫ x। ਇਹਦਾ ਮਤਲਬ y ਡਿਪੈਂਡ ਕਰਦਾ ਪਿਆ ਬੇਟਾ। ਕਾਦੇ ਉੱਪਰ ਡਿਪੈਂਡ ਕਰਦਾ ਪਿਆ ਹੈ? x ਦੇ ਉੱਪਰ ਡਿਪੈਂਡ ਕਰਦਾ ਹੈ। ਜੋ x ਕਹੇਗਾ ਉਹ y ਨੂੰ ਕਰਨਾ ਪਏਗਾ। y ਨੂੰ ਆਪਣੀ ਵੈਲਿਊ ਜਿਹੜੀ ਹੈ x ਦੇ ਅਕੋਰਡਿੰਗ ਚੇਂਜ ਕਰਨੀ ਪਏਗੀ। ਇਟ ਮੀਨਸ y work according to different value of x, or in general we can write y is a function of x, ਕਿ y ਜਿਹੜਾ ਹੈ x ਦਾ ਫੰਕਸ਼ਨ ਹੈ। ਕਹਿਣ ਦਾ ਮਤਲਬ ਕਿ y ਦੀ ਜਿਹੜੀ ਵੈਲਿਊ ਹੈ ਉਹ x ਦੇ ਅਕੋਰਡਿੰਗ ਚੇਂਜ ਹੋਏਗੀ। ਹਾਂਜੀ, ਇਸ ਤੱਕ ਤੁਹਾਨੂੰ ਕਲੀਅਰ ਹੋ ਗਿਆ? ਨਾਓ ਦਿਸ ਇਕੁਏਸ਼ਨ just represents कि y is a function of x। किस तरह का फंक्शन है कि y x ਦਾ डबल है। if I write y equal to x square, similarly if x 1 then y equal to 1, if x 2 ਤੇ 2 ਦਾ ਸਕੁਅਰ 4, y ਦੀ ਵੈਲਿਊ 4 ਆ ਜਾਏਗੀ।
it also represents the same equation. This is also a functional, this is also an example of function. There are so many functions ਜਿਨ੍ਹਾਂ ਨੂੰ ਅਸੀਂ ਲਾਈਨ ਸਿਰ ਜਿਹੜਾ ਅਸੀਂ ਡਿਸਕਸ ਕਰਾਂਗੇ। ਕਿਹੜੇ ਕਿਹੜੇ ਫੰਕਸ਼ਨਸ ਨੇ ਪਹਿਲਾਂ ਮੈਂ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਫਸਟ ਆਫ ਆਲ, if I write y equal to 3, ਜੇ ਮੈਂ y ਦੀ ਵੈਲਿਊ 3 ਲਿਖਤੀ, ਆਪਣੇ ਵੱਲੋਂ ਕੁਝ ਵੀ ਆਪਾਂ ਲਿਖ ਸਕਦੇ ਹਾਂ, ਨਾਲ ਅਸੀਂ x ਨਹੀਂ ਲਗਾਇਆ। ਜੇ ਇੱਥੇ x ਨਹੀਂ ਹੈ, ਇਹਦਾ ਮਤਲਬ y ਦੀ ਵੈਲਿਊ ਹਮੇਸ਼ਾ ਹੀ 3 ਰਹੇਗੀ। x ਭਾਵੇਂ 1 ਹੋਵੇ, x ਭਾਵੇਂ 2 ਹੋ ਜਾਏ, ਪਰ ਇੱਥੇ ਤੇ x ਲੱਗਾ ਹੀ ਨਹੀਂ, x ਦੀ ਵੈਲਿਊ ਆਪਾਂ ਪੁੱਟ ਹੀ ਨਹੀਂ ਕਰਨੀ। y ਦੀ ਜਿਹੜੀ ਵੈਲਿਊ ਹੈ ਹਮੇਸ਼ਾ ਹੀ 3 ਰਹੇਗੀ, ਐਂਡ that is called constant function। ਇਸ ਨੂੰ ਅਸੀਂ ਬੋਲਦੇ ਹਾਂ constant function, ਕਿ y ਦੀ ਵੈਲਿਊ ਹਮੇਸ਼ਾ ਹੀ 3 ਰਹੇਗੀ। You can also write y equal to 4, y equal to 10, y equal to 1000। ਆਪਾਂ ਬੇਟਾ ਜੋ ਮਰਜ਼ੀ ਅਸੀਂ ਲਿਖ ਸਕਦੇ ਹਾਂ। ਜਨਰਲ ਤੌਰ ਤੇ ਅਸੀਂ ਲਿਖ ਦਾਂਗੇ y equal to c। c ਦਾ ਮਤਲਬ ਹੈ constant। ਜਦੋਂ y ਦੀ ਵੈਲਿਊ 3, 4, 5, 6 ਕੁਝ ਵੀ ਆਏ, ਇਹਨੂੰ ਅਸੀਂ ਬੋਲਦੇ ਹਾਂ ਕਿ constant function ਹੈ, ਕਿ y ਦੀ ਵੈਲਿਊ ਕਦੀ ਵੀ ਚੇਂਜ ਨਹੀਂ ਹੋਏਗੀ ਕਿਉਂਕਿ x ਹੀ ਨਹੀਂ ਵਿੱਚ ਲੱਗਾ। Now come to that, here y equal to 2x, y ਦੇ ਉੱਪਰ ਪਾਵਰ 1 ਹੈ, x ਦੇ ਉੱਪਰ ਪਾਵਰ ਵੀ 1 ਹੈ, ਜਿਹਦੀ ਪਾਵਰ ਕੋਈ ਨਹੀਂ ਹੁੰਦੀ ਉਹਦੀ ਪਾਵਰ ਜਿਹੜੀ ਹੈ 1। ਇਸ ਇਕੁਏਸ਼ਨ ਨੂੰ ਅਸੀਂ ਬੋਲਦੇ ਹਾਂ ਲੀਨੀਅਰ ਇਕੁਏਸ਼ਨ, ਜਿਹੜੀ ਤੁਸੀਂ 10th ਕਲਾਸ ਵਿੱਚ ਪੜ੍ਹਿਆ ਹੈ ਚੈਪਟਰ ਮੈਥਮੈਟਿਕਸ ਚ, ਇੱਕ ਲੀਨੀਅਰ ਇਕੁਏਸ਼ਨ ਆਫ 2 ਵੇਰੀਏਬਲਸ। ਨਾਓ ਦਿਸ ਇਜ਼ ਲੀਨੀਅਰ ਇਕੁਏਸ਼ਨ। ਅੱਜ ਸਾਡਾ ਮੇਨ ਫੋਕਸ ਇਸ ਇਕੁਏਸ਼ਨ ਤੇ ਰਹੇਗਾ। ਅਸੀਂ ਅੱਜ ਲੀਨੀਅਰ ਇਕੁਏਸ਼ਨ ਬਾਰੇ ਡਿਟੇਲ ਚ ਪੜ੍ਹਨਾ ਹੈ, ਇਹਨੂੰ ਅਸੀਂ ਬਾਅਦ ਚੋਂ ਅੱਗੇ ਆ ਕੇ ਸਟੱਡੀ ਕਰਦਾ ਹਾਂ। ਪਹਿਲਾ ਆ ਗਿਆ ਕਾਂਸਟੈਂਟ ਫੰਕਸ਼ਨ, ਦੂਸਰਾ ਆ ਗਿਆ ਲੀਨੀਅਰ ਫੰਕਸ਼ਨ ਸਟ੍ਰੇਟ। ਨਾਓ ਦਿਸ ਇਜ਼ ਸਕੁਅਰ, ਇਹ ਵੀ ਤੁਸੀਂ ਬੇਟਾ ਪਲੱਸ ਆਪਣਾ 10th ਕਲਾਸ ਚ ਪੜ੍ਹਿਆ ਹੈ। ਦਿਸ ਇਜ਼ ਕੋਡ, ਜਿਹਦੇ ਉੱਪਰ ਸਕੁਅਰ ਆਉਂਦਾ ਹੈ ਕੁਆਡਰੈਟਿਕ ਫੰਕਸ਼ਨ, ਕੁਆਡਰੈਟਿਕ ਫੰਕਸ਼ਨ ਜਿਹਦੇ ਉੱਪਰ ਸਕੁਅਰ ਆਉਂਦਾ ਹੈ। ਇਸ ਤੋਂ ਇਲਾਵਾ ਅਸੀਂ 10th ਕਲਾਸ ਵਿੱਚ ਟ੍ਰਿਗਨੋਮੈਟਰੀ ਵੀ ਪੜ੍ਹੀ ਹੈ। ਇਫ ਆਈ ਸੇ y equal to tan theta, it means value of y changes with the angle theta। ਜੋ ਐਂਗਲ ਅਸੀਂ ਚੇਂਜ ਕਰਾਂਗੇ, ਜੇ ਅਸੀਂ 30 ਡਿਗਰੀ, ਤੁਸੀਂ ਵੈਲਿਊ ਯਾਦ ਕੀਤੀ ਹੋਈ ਹੈ, tan 30 ਦੀ ਵੈਲਿਊ 1/√3, tan ਅੱਗੇ ਆ ਜਾਏਗਾ ਤੁਹਾਡੇ ਕੋਲ 45, ਜਿਸ ਦੀ ਵੈਲਿਊ ਹੁੰਦੀ ਹੈ 1। ਜੇ ਥੀਟਾ ਚੇਂਜ ਹੋਏਗਾ ਤੇ y ਚੇਂਜ ਹੋਏਗੀ। ਕਿ ਇਸ ਇਕੁਏਸ਼ਨ ਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ, ਇੱਥੇ y x ਦੇ ਅਕੋਰਡਿੰਗ ਚੇਂਜ ਹੋ ਰਿਹਾ ਹੈ, ਇੱਥੇ y ਥੀਟਾ ਦੇ ਅਕੋਰਡਿੰਗ ਚੇਂਜ ਹੋ ਰਿਹਾ ਹੈ। ਜੇ ਇਸ ਨੂੰ ਇਸ ਰੂਪ ਚ ਲਿਖਣਾ ਹੈ ਤੇ ਸਾਨੂੰ ਲਿਖਣਾ ਪਏਗਾ y is a function of theta, ਕਿ y ਦੀ ਜਿਹੜੀ ਵੈਲਿਊ ਹੈ ਥੀਟਾ ਦੇ ਉੱਪਰ ਡਿਪੈਂਡ ਕਰਦੀ ਹੈ। Similarly, this is called trigonometric function. This is quadratic function। ਜੇ ਪਾਵਰ 1 ਹੈ ਤੇ ਲੀਨੀਅਰ ਫੰਕਸ਼ਨ, ਜੇ ਨਾਲ x ਲੱਗਾ ਹੀ ਨਹੀਂ ਹੈ, ਕੱਲਾ ਸਾਡੇ ਕੋਲ ਕਾਂਸਟੈਂਟ ਨੰਬਰ ਹੈ 1 2 3 4 any number, then it is called the constant function। Similarly, we have e raised to power x। ਇਹ ਸਾਡੇ ਕੋਲ ਇੱਕ ਨਵੀਂ ਟਰਮ ਆਏਗੀ, ਇਸ ਨੂੰ ਅਸੀਂ ਪੜ੍ਹਦੇ ਹਾਂ ਐਕਸਪੋਨੈਂਸ਼ੀਅਲ ਫੰਕਸ਼ਨ। e raised to power x, ਅਸੀਂ ਇਹਨੂੰ ਪੜਾਂਗੇ ਐਕਸਪੋਨੈਂਸ਼ੀਅਲ ਫੰਕਸ਼ਨ। ਇਹਨੂੰ ਬਾਅਦ ਅਸੀਂ ਆਪਾਂ ਡਿਸਕਸ ਕਰਾਂਗੇ। another function is y equal to log x। this is logarithmic function। ਇਹਨੂੰ ਵੀ ਅਸੀਂ ਬਾਅਦ ਵਿੱਚੋਂ ਜਿਹੜਾ ਹੈ ਡਿਸਕਸ ਕਰਾਂਗੇ। y equal to log x। now there are so many functions
एक्सपोनेंशियल फंक्शन, लॉगरिथमिक फंक्शन, क्वाड्रेटिक फंक्शन, लीनियर फंक्शन। लीनियर फंक्शन की पहचान साडे कोल जिहड़ी इहदी पावर्स ने वो जी डिग्री है ਉਹਦੀ 1 होनी चाहिए है। कांस्टेंट फंक्शन जिहदे विच इको ही वेरिएबल होएगा, दूसरे पासे वेरिएबल नहीं होएगा। एंड दिस इज योर ट्रिग्नोमेट्रिक फंक्शन, y is equal to sin theta, y is equal to cos theta, and so on. Now come to the main topic, linear function. Now we will discuss only linear function. टेंथ क्लास विच असी ਇਹਦੇ ਬਾਰੇ काफी ज्यादा सम निकाले ने। इफ आई राइट y equal to 2x, this is called linear function. इस नू लीनियर फंक्शन इस करके कहते हैं क्योंकि जेकर तुसी y ते x दे विच ग्राफ प्लॉट करोगे ते ओ जिहड़ा साडा ग्राफ आएगा that will be a straight line. वो साडा जिहड़ा ग्राफ आएगा बेटा बिल्कुल स्ट्रेट लाइन आएगा। नाउ लीनियर फंक्शन दी जिहड़ी पहचान है साडे कोल वो की पहचान है कि इस दा जिहड़ा ग्राफ है वो स्ट्रेट लाइन होएगा। नाउ हियर इज द वैल्यू ऑफ x and here is the value of y. If we plot their values, if x 0, जे x 0 होएगा 2 multiply by 0 साडा y भी 0 आएगा। If x equal to 1, then what will be the value of y? 2 into 1, that is 2। ਇਹਦੇ ਨਾਲੋਂ ਡਬਲ ਆਏਗੀ। ਜੇ ਇੱਥੇ 2 ਆਏਗਾ ਇੱਥੇ ਬੇਟਾ ਸਾਡੇ ਕੋਲ 4 ਹੋ ਜਾਏਗਾ। ਸਿਮਿਲਰਲੀ 3, then 3 2 ਜਾ 6। these are some values ਇਸ ਤਰ੍ਹਾਂ and so on ਇਹ ਚਲਦੀ ਜਾਏਗੀ। now if we plot the graph between x axis ਤੇ ਬੇਟਾ ਇੱਕ y axis, एक पासे असी x ਦੀ वैल्यू प्लॉट करांगे, एक पासे असी y ਦੀ वैल्यू ਜਿਹੜੀ ਹੈ प्लॉट करांगे। नाउ बेटा मैं अटे सटे बनाने लगा, तुसी ਇਹਨੂੰ ग्राफ पेपर ਤੇ बना के देखना है। here is 1 x ਦੀ वैल्यू, here is 2 and here is 3, similarly here is 4। ਇਹਦੇ ਅਕੋਰਡਿੰਗ ਇਹਦੀ ਵੈल्यूज ਲਿਖ ਲੈਣੇ ਆ 2 4 6। now if I write here 2, then here will be 4, then here will be 6, and then 8, and then 10. Here you can also write 5. एक चीज नोट करनी है, y ਤੇ x ਇਹਨਾਂ ਦੋਨਾਂ ਨੂੰ ਅਸੀਂ ਵੇਰੀਏਬਲ ਕਹਿੰਦੇ ਹਾਂ। ਵੇਰੀਏਬਲ ਉਹ ਹੁੰਦਾ ਹੈ ਜਿਨ੍ਹਾਂ ਦੀ ਜਿਹੜੀ ਵੈਲਿਊ ਹੈ ਉਹ ਚੇਂਜ ਹੁੰਦੀ ਜਾਂਦੀ ਹੈ। y ਦੀ ਵੈਲਿਊ ਵੀ ਚੇਂਜ ਹੋ ਰਹੀ ਹੈ, x ਦੀ ਵੈਲਿਊ ਵੀ ਚੇਂਜ ਹੋ ਰਹੀ ਹੈ। ਦੇ ਆਰ ਕਾਲਡ ਵੇਰੀਏਬਲ। ਨਾਓ ਸਾਡੇ ਕੋਲ ਜਿਹੜਾ x ਹੈ ਇਸ ਨੂੰ ਅਸੀਂ ਇੰਡੀਪੈਂਡੈਂਟ ਵੇਰੀਏਬਲ ਬੋਲਦੇ ਹਾਂ। ਇੰਡੀਪੈਂਡੈਂਟ ਵੇਰੀਏਬਲ ਕਿਉਂ? ਕਿਉਂਕਿ ਇਹਦੀ ਵੈਲਿਊ ਅਸੀਂ ਆਪ ਚੇਂਜ ਕਰ ਰਹੇ ਹਾਂ। ਇਹਦੀ ਵੈਲਿਊ ਦੇ ਅਕੋਰਡਿੰਗ y ਦੀ ਵੈਲਿਊ ਆ ਰਹੀ ਹੈ। y ਜਿਹੜਾ ਹੈ ਸਾਡਾ ਡਿਪੈਂਡੈਂਟ ਵੇਰੀਏਬਲ ਹੈ। y ਦੀ ਵੈਲਿਊ x ਉੱਪਰ ਡਿਪੈਂਡ ਕਰਦੀ ਹੈ। ਜੋ x ਕਹੇਗਾ ਸੋ y ਨੂੰ ਮੰਨਣਾ ਹੀ ਪਏਗਾ। x is independent variable and y is your dependent variable। हाँ जी बेटा clear? Now come to graph। now 0 0 starting point ਸਾਡਾ ਆ ਗਿਆ 0। x ਜਦੋਂ 1 ਹੋਏਗਾ ਸਾਡੇ ਕੋਲ y ਦੀ ਵੈਲਿਊ 2 ਹੋਏਗੀ। if x is 1
then y will be equal to 2. That will be the point. If x is 2, then y will be equal to 4. ਬਿਲਕੁਲ ਗ੍ਰਾਫ ਪੇਪਰ ਤੇ ਬਣਾਓਗੇ ਤੁਹਾਡੇ ਕੋਲ ਬਹੁਤ ਹੀ ਜਿਹੜਾ ਹੈ ਵਧੀਆ ਗ੍ਰਾਫ ਬਣੇਗਾ। ਜੇ 3 ਹੋਏਗੀ ਤੇ y ਦੀ ਵੈਲਿਊ ਸਾਡੀ ਜਿਹੜੀ ਹੈ ਉਹ ਤੁਹਾਡੇ ਕੋਲ 6 ਆਏਗੀ ਐਂਡ 4 ਦੇ ਉੱਪਰ ਸਾਡੇ ਕੋਲ ਆਏਗੀ ਬਿਲਕੁਲ ਹੈ 8 ਐਂਡ ਸੋ ਔਨ। ਤੇ ਜੇ ਇਹਨਾਂ ਨੂੰ ਅਸੀਂ ਸਕੇਲ ਰੱਖ ਕੇ ਤੇ ਅਸੀਂ ਇਹਨਾਂ ਪੁਆਇੰਟਸ ਨੂੰ ਅਸੀਂ ਜੁਆਇਨ ਕਰਦੇ ਹਾਂ ਤੇ ਬੇਟਾ ਤੁਸੀਂ ਦੇਖੋਗੇ ਸਾਡੇ ਕੋਲ ਇੱਕ ਸਟ੍ਰੇਟ ਲਾਈਨ ਬਣੀ। ਜੇ ਇਹ ਸਟ੍ਰੇਟ ਲਾਈਨ ਬਣੀ ਹੈ that's why it is called linear function। linear function ਦੀ ਪਹਿਚਾਨ ਇਹਨਾਂ ਦੇ y ਤੇ x ਜਦੋਂ ਵੀ ਗ੍ਰਾਫ ਬਣਾਓਗੇ it will always be a straight line। ਇਹ ਤੁਹਾਡੀ ਬੇਟਾ ਸਟ੍ਰੇਟ ਲਾਈਨ ਬਣੇਗੀ। ਹਾਂਜੀ ਕਲੀਅਰ। ਨਾਓ one point to be noted ਬੇਟਾ ਇੱਥੇ ਤੱਕ ਤੁਸੀਂ ਤਕਰੀਬਨ 10th ਕਲਾਸ ਵਿੱਚ ਪੜ੍ਹਿਆ। ਹੁਣ ਥੋੜਾ ਜਿਹਾ ਅੱਗੇ ਅਸੀਂ ਜਾਣ ਲੱਗੇ ਹਾਂ ਜਿਹੜਾ ਸਾਡੇ ਲਈ ਬਹੁਤ ਹੀ ਇੰਪੋਰਟੈਂਟ ਜਿਹੜਾ ਹੈ ਹੋਮਵਰਕ ਹੈ। ਦੇਖੋ ਬੇਟਾ ਇਹ ਜਿਹੜਾ ਬੇਟਾ ਗ੍ਰਾਫ ਆਇਆ ਇਸ ਗ੍ਰਾਫ ਦੇ ਉੱਪਰ ਮੈਂ ਜਿੱਥੇ ਮਰਜੀ 2 ਪੁਆਇੰਟ ਮੈਂ ਲੈਣ ਲੱਗਾ ਜੇ ਧਿਆਨ ਨਾਲ ਦੇਖੋ। ਭਾਵੇਂ ਆ 2 ਪੁਆਇੰਟ ਲੈ ਲਓ, ਭਾਵੇਂ ਆ 2 ਪੁਆਇੰਟ ਲੈ ਲਓ, ਭਾਵੇਂ ਆ 2 ਲੈ ਲਓ, ਜਿਹੜੇ ਮਰਜੀ ਮੈਂ 2 ਪੁਆਇੰਟ ਲੈਣ ਲੱਗਾ ਹੈ ਉਹ ਤੁਹਾਡੀ ਆਪਸ਼ਨ ਹੈ ਜਿੱਥੇ ਮਰਜੀ ਲੈ ਸਕਦੇ ਜੇ। ਸਪੋਜ਼ I take here this is a point A on the graph and this is a point B on the graph. I take 2 points on the graph, one is A and the second is B. From A, if I draw a perpendicular, from B again I draw a perpendicular। मैं 2 perpendicular draw करते, एक perpendicular मेरा है A डैश, दूसरे perpendicular का नाम मैं रख देता है B डैश। एक perpendicular मैं इथों इथे भी ड्रॉ करता, दिस इज द 90 डिग्री एंगल एंड हेयर आई राइट द पॉइंट C। इथे बेटा एक मैं पॉइंट लिख देता C। जिथे मर्जी तुसी पॉइंट ਲੈ ਸਕਦੇ, ਲੇਕਿਨ ਜਦੋਂ ਪੇਪਰ 'ਚ ਕੁਐਸਚਨ ਆਵੇ ਤਾਂ ਧਿਆਨ ਰੱਖਣਾ ਹੈ ਕਿ ਤੁਸੀਂ ਇੱਥੇ ਨਾ ਲੈਣਾ ਪੁਆਇੰਟ। ਜਦੋਂ ਤੁਸੀਂ ਇੱਥੋਂ ਪਰਪੈਂਡੀਕੂਲਰ ਡਰਾ ਕਰੋਗੇ ਥੱਲੇ ਤੁਹਾਡੇ ਕੋਲ ਕੋਈ ਨਾ ਕੋਈ ਵੈਲਿਊ ਜਿਹੜੀ ਹੈ ਹੋਣੀ ਚਾਹੀਦੀ ਹੈ, ਉਹ ਪੁਆਇੰਟ ਲੈਣੇ ਆ ਜਿਹਦੇ ਦੋਨੋਂ ਸਾਈਡ ਦੇ ਉੱਤੇ ਵੈਲਿਊਜ਼ ਤੁਹਾਡੇ ਕੋਲ ਗ੍ਰਾਫ ਵਿੱਚ ਗਿਵਨ ਹੋਣ। ਹਾਂਜੀ ਕਲੀਅਰ ਬੇਟਾ। ਨਾਓ from here also I join here one perpendicular is also I draw here, this is the 8। ਇਹਨੂੰ ਜਦੋਂ ਤੁਸੀਂ ਗ੍ਰਾਫ ਪੇਪਰ ਤੇ ਬਣਾਓਗੇ ਤੇ ਬਹੁਤ ਵਧੀਆ ਬਣੇਗਾ। ਹਾਂਜੀ ਬੇਟਾ ਇਸ ਤੋਂ ਕਲੀਅਰ। ਨਾਓ ਕੋਈ ਸਟੂਡੈਂਟ ਮੈਨੂੰ AC ਦੀ ਵੈਲਿਊ ਦੱਸ ਸਕਦਾ ਹੈ ਕਿੰਨੀ ਹੋਏਗੀ? what will be the value of AC? AC ਦੀ ਵੈਲਿਊ ਅਸੀਂ ਜਿਹੜੀ ਹੈ ਉਹ ਨਿਕਾਲਣੀ ਹੈ। ਨਾਓ ਇਹ ਕਿਸ ਤਰ੍ਹਾਂ ਨਿਕਾਲੀਏ? AC ਦੀ ਵੈਲਿਊ ਇਹ ਰੈਕਟੈਂਗਲ ਹੈ ਨੀਚੇ ਦੇਖੋ, AC ਦੀ ਵੈਲਿਊ A ਡੈਸ਼ B ਡੈਸ਼ ਦੇ ਇਕੁਅਲ ਹੋਏਗੀ। ਮੈਂ AC ਨਿਕਾਲਣਾ ਹੈ, AC will be equal to A dash B dash because this is a rectangle, rectangle the opposite sides equal। now AC ਦੀ ਵੈਲਿਊ ਜਿਹੜੀ ਹੈ ਸਾਡੇ ਕੋਲ A dash B dash ਹੈ। ਜੇ A dash B dash ਨਿਕਲ ਆਏਗੀ ਸਾਡੇ ਕੋਲ AC ਪਤਾ ਲੱਗ ਜਾਏਗਾ। now A dash B dash ਕਿਵੇਂ ਨਿਕਾਲੀਏ? now ਪਹਿਲਾਂ ਅਸੀਂ ਦੇਖਣਾ ਹੈ ਕਿ ਲਾਸਟ ਪੁਆਇੰਟ ਤੋਂ ਫਿੰਗਰ ਰੱਖਣੀ ਹੈ, ਜਿਹੜਾ ਲਾਸਟ ਹੈ ਫਾਈਨਲ B ਡੈਸ਼। A ਦੀ ਵੈਲਿਊ origin ਤੋਂ, ਇਹਨੂੰ ਅਸੀਂ origin ਬੋਲਦੇ ਹਾਂ, origin ਤੋਂ ਕਿੰਨਾ ਦੂਰ ਹੈ? this is 4। ਜੇ ਇਹ ਟੋਟਲ 4 ਹੈ ਇਹਦੇ ਵਿੱਚੋਂ ਅਸੀਂ ਇੰਨਾ ਮਾਈਨਸ ਕਰ ਦਿੰਦੇ ਹਾਂ O ਤੋਂ ਲੈ ਕੇ A ਡੈਸ਼। 4 ਟੋਟਲ ਵਿੱਚੋਂ ਜੇ ਇੰਨਾ ਅਸੀਂ ਮਾਈਨਸ ਕਰਦੇ ਹਾਂ ਤੇ ਸਾਡੇ ਕੋਲ ਇਹਦੀ ਵੈਲਿਊ ਆ ਜਾਏਗੀ A ਡੈਸ਼ B ਡੈਸ਼ ਦੀ ਵੈਲਿਊ ਆਏਗੀ ਸਾਡੇ ਕੋਲ it will be equal to 4 minus 2 equal to 2।
हाँ जी बेटा क्लियर। एक बार दोबारा देख लो, इन्नी क वैल्यू निकालनी है ए डैश बी डैश, सानू टोटल विचों ਜਿਹੜਾ है ओ बी डैश विचों ओ ए डैश माइनस करना पएगा। जे टोटल विचों इन्ना ही माइनस कर देंगे साडे को वैल्यू आ गई 4 माइनस 2। नाउ AC will become equal to 2. Now what will be the value of BC? ਅਸੀਂ ਇਹਦੀ ਵੀ ਵੈਲਿਊ ਅਸੀਂ ਨਿਕਾਲਣਾ ਚਾਹੁੰਦੇ ਹਾਂ। what will be the value of BC? ਇਹ BC ਕਿੰਨਾ ਹੋਏਗਾ? ਨਾਓ BC ਦੀ ਵੈਲਿਊ ਅਸੀਂ ਇੱਥੋਂ ਨਿਕਾਲਾਂਗੇ ਕਿਉਂਕਿ ਆਹ ਲਾਈਨ y ਐਕਸਿਸ ਦੇ ਪੈਰਲਲ ਹੈ। ਅਸੀਂ ਜੇ ਆਹ ਫਾਈਂਡ ਆਊਟ ਕਰ ਲਈਏ ਇੰਨਾ ਹਿੱਸਾ ਸਾਡੇ ਕੋਲ BC ਆ ਜਾਏਗਾ ਕਿਉਂਕਿ ਇਹ ਰੈਕਟੈਂਗਲ ਬਣ ਰਹੀ ਹੈ। ਨਾਓ ਇਹ ਕਿਸ ਤਰ੍ਹਾਂ ਨਿਕਾਲਾਂਗੇ? ਹੁਣੇ ਦੱਸਿਆ ਪਹਿਲਾਂ ਅਸੀਂ ਟੋਟਲ ਦੇਖਾਂਗੇ। ਟੋਟਲ ਹੈ 8 ਜਿਹਦੇ ਵਿੱਚੋਂ ਅਸੀਂ ਜਿਹੜਾ ਹੈ 4 ਮਾਈਨਸ ਕਰ ਦਾਂਗੇ ਤੇ ਸਾਡੇ ਕੋਲ ਵੈਲਿਊ ਆ ਜਾਏਗੀ 8 ਮਾਈਨਸ 4 that will be equal to 4। BC ਦੀ ਜਿਹੜੀ ਵੈਲਿਊ ਹੈ it will be equal to 8 minus 4। ਬੇਟਾ ਸਾਡੇ ਕੋਲ ਵੈਲਿਊ ਆ ਗਈ ਇਹਦੀ 4 ਆ ਗਈ। ਹਾਂਜੀ ਬੇਟਾ ਕਲੀਅਰ। ਨਾਓ if I write here an angle theta, ਜੇ ਮੈਂ ਇੱਥੇ ਇੱਕ ਐਂਗਲ ਥੀਟਾ ਲਿਖਦਾ ਹਾਂ then you see a right angled triangle। बेटा ਸਾਡੇ ਕੋਲ ਇੱਕ right angled triangle ਆ ਗਈ ਜਿਸ right angled triangle ਦਾ ਨੇਮ ਹੈ ACB। we have a right angled triangle ACB। ਇਸ right angled triangle ਦੇ ਵਿੱਚ ਪਹਿਲੀ ਗੱਲ ਨੋਟ ਕਰ ਲਓ, ਬੱਚਿਆਂ ਨੂੰ ਬਹੁਤ ਜ਼ਿਆਦਾ ਕੰਫਿਊਜ਼ਨ ਹੋ ਜਾਂਦੀ ਹੈ ਕਿ ਪਰਪੈਂਡੀਕੂਲਰ ਕਿਹੜਾ ਹੈ ਤੇ ਬੇਸ ਕਿਹੜਾ ਹੈ। ਇਸ ਚੀਜ਼ ਨੂੰ ਅੱਜ ਆਪਣੇ ਮਾਈਂਡ ਵਿੱਚ ਜਿਹੜਾ ਰੱਖਣਾ ਹੈ। ਸਭ ਨਾਲ ਪਹਿਲਾਂ ਦੇਖਣਾ ਹੈ ਕਿ ਥੀਟਾ ਕਿੱਥੇ ਲਿਖਿਆ ਹੈ, ਐਂਗਲ ਕਿਸ ਦੀ ਗੱਲ ਕਰ ਰਹੇ ਹਾਂ। ਮੈਂ A ਦੀ ਗੱਲ ਕਰਦਾ ਹਾਂ ਕਿ B ਦੀ ਗੱਲ ਕਰਦਾ ਹਾਂ। C ਤੇ ਆਲਰੇਡੀ 90 ਡਿਗਰੀ ਹੀ ਹੈ। ਪਹਿਲਾਂ ਦੇਖਣਾ ਮੈਂ ਕਿਹੜੇ ਐਂਗਲ ਦੀ ਗੱਲ ਕਰਦਾ। ਮੈਂ A ਦੀ ਗੱਲ ਕਰਨ ਲੱਗਾ ਬੇਟਾ ਕਿਉਂਕਿ A ਦੇ ਉੱਤੇ ਮੈਂ ਐਂਗਲ ਥੀਟਾ ਲਿਖਤਾ। ਨਾਓ ਇਸ ਐਂਗਲ ਦੇ ਜਿਹੜਾ ਐਂਗਲ ਦੀ ਗੱਲ ਕਰ ਰਹੇ ਆ ਉਹਦੇ ਬਿਲਕੁਲ ਆਪੋਜੀਟ ਜਿਹੜੀ ਸਾਈਡ ਹੈ ਉਹ ਸਾਡੀ ਜਿਹੜੀ ਹੁੰਦੀ ਹੈ ਪਰਪੈਂਡੀਕੂਲਰ ਹੁੰਦੀ ਹੈ। ਐਂਗਲ ਦੇ ਬਿਲਕੁਲ ਆਪੋਜੀਟ ਸਾਈਡ ਪਰਪੈਂਡੀਕੂਲਰ। ਤੇ ਜੇ ਮੈਂ ਇਸ ਐਂਗਲ ਦੀ ਗੱਲ ਕਰਾਂਗਾ ਤੇ ਸਾਡੇ ਕੋਲ ਆਹ ਵਾਲਾ ਪਰਪੈਂਡੀਕੂਲਰ ਹੋਏਗਾ AC ਪਰਪੈਂਡੀਕੂਲਰ। ਤੇ ਜੇ ਇਸ ਐਂਗਲ ਦੀ ਗੱਲ ਕਰੀਏ A ਥੀਟੇ ਦੀ ਤਾਂ ਸਾਡੇ ਕੋਲ ਪਰਪੈਂਡੀਕੂਲਰ ਜਿਹੜਾ ਹੋਏਗਾ BC ਹੋਏਗਾ। ਨਾਓ ਸਾਡੇ ਕੋਲ ਇਸ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਜੇ ਅਸੀਂ ਬੇਟਾ tan ਥੀਟਾ ਨਿਕਾਲੀਏ 10th ਕਲਾਸ ਵਿੱਚ ਅਸੀਂ ਟ੍ਰਿਗਨੋਮੈਟਰੀ ਦੇ ਸਮ ਨਿਕਾਲੇ ਨੇ। ਇੱਕ sin ਥੀਟਾ, ਇੱਕ cos ਥੀਟਾ, ਇੱਕ ਸਾਡੇ ਕੋਲ ਹੁੰਦਾ ਹੈ tan ਥੀਟਾ। ਨਾਓ tan ਥੀਟਾ ਦਾ ਫਾਰਮੂਲਾ ਸਾਨੂੰ ਸਭ ਨੂੰ ਪਤਾ ਹੈ ਕਿ ਪਰਪੈਂਡੀਕੂਲਰ ਡਿਵਾਈਡਡ ਬਾਈ ਬੇਸ। ਪਰਪੈਂਡੀਕੂਲਰ ਨੂੰ ਬੇਸ ਨਾਲ ਅਸੀਂ ਡਿਵਾਈਡ ਕਰਦੇ ਹਾਂ। ਨਾਓ ਗੱਲ ਹੋ ਰਹੀ ਹੈ ਥੀਟਾ ਦੀ। ਥੀਟਾ ਸਾਡੇ ਕੋਲ ਆ ਵਾਲਾ ਐਂਗਲ ਹੈ ਤੇ ਇਹਦੇ ਸਾਹਮਣੇ ਵਾਲਾ ਪਰਪੈਂਡੀਕੂਲਰ ਹੈ। ਇਹਦਾ ਮਤਲਬ ਪਰਪੈਂਡੀਕੂਲਰ ਸਾਡੇ ਕੋਲ ਆ ਗਿਆ 4 ਡਿਵਾਈਡਡ ਬਾਈ ਸਾਡੇ ਕੋਲ ਜਿਹੜਾ ਹੈ ਬੇਸ ਆ ਗਿਆ 2। ਜਦੋਂ ਅਸੀਂ 4 ਨੂੰ ਅਸੀਂ 2 ਨਾਲ ਡਿਵਾਈਡ ਕਰਦੇ ਹਾਂ ਤੇ ਸਾਡੇ ਕੋਲ ਆਉਂਦਾ ਹੈ ਬੇਟਾ 2। ਇਹ ਵੈਲਿਊ ਸਾਡੀ 2 ਨਿਕਲਦੀ ਹੈ। ਇਹ ਕਿਹੜਾ 2 ਹੈ ਬੇਟਾ? ਆ ਜਿਹੜੀ ਇਕੁਏਸ਼ਨ ਸੀ ਇਹਦੇ ਵਿੱਚ ਜਿਹੜਾ ਸਾਡਾ 2 ਆਇਆ ਹੈ ਉਹਦੀ ਵੈਲਿਊ ਬੇਟਾ ਦੇਖੋ ਨਿਕਲ ਗਈ। ਲੀਨੀਅਰ ਇਕੁਏਸ਼ਨ ਦੇ ਵਿੱਚ ਜਿਹੜਾ ਸਾਡੇ ਕੋਲ ਹੈ ਗ੍ਰਾਫ ਆਂਦਾ ਹੈ ਸਟ੍ਰੇਟ ਲਾਈਨ। ਇਸ ਗ੍ਰਾਫ ਦਾ ਜਿਹੜਾ ਬੇਟਾ ਸਲੋਪ ਦਾ ਮਤਲਬ ਹੁੰਦਾ ਬੇਟਾ ਢਲਾਨ। ਜਿਸ ਤਰ੍ਹਾਂ ਦੇਖੋ ਇੱਥੇ ਮੈਂ ਇੱਕ ਗ੍ਰਾਫ ਬਣਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ। ਜਿਹੜੀ ਆ ਸਾਡੇ ਕੋਲ x ਐਕਸਿਸ ਹੈ ਬੇਟਾ ਇਸ ਦਾ ਸਲੋਪ 0 ਹੈ। x ਐਕਸਿਸ ਦਾ ਸਲੋਪ 0 ਹੈ ਕਿਉਂਕਿ ਬੇਟਾ ਇਹ ਹੋਰੀਜ਼ੋਨਟਲ ਲਾਈਨ ਹੈ। ਤੇ ਜੇਕਰ ਅਸੀਂ ਕੋਈ ਗ੍ਰਾਫ ਇਸ ਤਰ੍ਹਾਂ ਪਲਾਟ ਕਰਦੇ ਹਾਂ, ਇਹ ਲਾਈਨ ਦੇਖੋ ਬੇਟਾ ਥੋੜੀ ਜੀ ਇੰਕਲਾਈਨਡ ਹੋ ਗਈ, that is called slope। ਸਲੋਪ ਜਿਹੜਾ ਹੈ ਐਂਗਲ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਆ ਐਂਗਲ ਕਿੰਨਾ ਹੈ। ਇਫ ਆਈ ਸੇ ਇਟ ਇਜ਼ 30 ਡਿਗਰੀ। ਇੱਕ ਗ੍ਰਾਫ ਮੈਂ ਹੋਰ ਬਣਾ ਦਿੰਦਾ ਹਾਂ। ਜੇ ਇਹਦਾ ਐਂਗਲ
45 ਡਿਗਰੀ ਹੈ। ਇੱਕ ਗ੍ਰਾਫ ਅਸੀਂ ਹੋਰ ਬਣਾ ਦਿੱਤਾ, ਇਹ ਤੁਹਾਡੇ ਕੋਲ ਮੰਨ ਲਓ 60 ਡਿਗਰੀ ਹੈ। ਤੁਹਾਨੂੰ ਪੁੱਛਿਆ ਜਾਵੇ ਵੀ ਕੀ ਦਾ ਸਲੋਪ ਸਭ ਨਾਲੋਂ ਜ਼ਿਆਦਾ ਹੈ, ਅਸੀਂ ਬੋਲਾਂਗੇ ਕਿ ਜਿਹੜੇ ਗ੍ਰਾਫ ਨੇ, ਜਿਹੜੀ ਸਟ੍ਰੇਟ ਲਾਈਨ ਨੇ 60 ਡਿਗਰੀ ਐਂਗਲ ਬਣਾਇਆ ਹੈ ਉਸ ਦਾ ਸਲੋਪ ਸਭ ਨਾਲੋਂ ਜ਼ਿਆਦਾ ਹੈ। ਇਹਦਾ ਸਲੋਪ 0। ਜਦੋਂ ਬੇਟਾ ਨੂੰ ਥੋੜਾ ਤਾਂ ਕਰੋਗੇ ਇਹ ਸਲੋਪ ਆਏਗਾ, ਢਲਾਨ ਆਂਦੀ ਜਾਏਗੀ, ਇਹ ਸਲੋਪ ਵਧਦਾ ਜਾਏਗਾ। ਸਲੋਪ ਡਿਪੈਂਡ ਕਰਦਾ ਹੈ ਸਾਡੇ ਐਂਗਲ ਦੇ ਉੱਤੇ, ਤੇ ਇੱਥੇ ਵੀ ਅਸੀਂ ਬੇਟਾ ਸਲੋਪ ਹੀ ਨਿਕਾਲਿਆ ਹੈ। ਸਲੋਪ ਨਿਕਾਲਣ ਵਾਸਤੇ ਸਾਨੂੰ tan ਥੀਟਾ ਦੀ ਵਰਤੋਂ ਕਰਨੀ ਪਏਗੀ, ਕਿਉਂਕਿ ਪਰਪੈਂਡੀਕੂਲਰ ਨੂੰ ਬੇਸ ਦੇ ਨਾਲ ਸਾਨੂੰ ਡਿਵਾਈਡ ਕਰਨਾ ਪੈਂਦਾ ਹੈ। ਸਲੋਪ ਇਜ਼ ਗਿਵਨ ਬਾਈ tan ਥੀਟਾ। ਤੇ ਬੇਟਾ ਜਦੋਂ ਇਹਦਾ ਮੈਂ ਸਲੋਪ ਨਿਕਾਲਿਆ ਤੇ ਮੈਨੂੰ ਸਲੋਪ ਦੀ ਵੈਲਿਊ ਜਿਹੜੀ ਆਈ ਹੈ 2 ਆਈ ਹੈ। Therefore, ਇਹ ਜਿਹੜਾ constant ਲੱਗਾ ਬੇਟਾ ਇੱਥੇ 2, it represents the slope of graph। ਇਹ ਸਾਡੇ ਕੋਲ ਆ ਗਿਆ ਗ੍ਰਾਫ ਦਾ ਸਲੋਪ। ਇਹਦੇ ਬਾਰੇ ਬੇਟਾ ਅਸੀਂ ਹੁਣ ਜਿਹੜਾ ਹੈ ਨੈਕਸਟ ਲੈਕਚਰ ਦੇ ਵਿੱਚ ਵੀ ਅਸੀਂ ਡਿਸਕਸ ਕਰਾਂਗੇ। ਟਾਈਮ ਘੱਟ ਹੈ ਤੇ ਬਾਕੀ ਜਿਹੜਾ ਲੈਕਚਰ ਦਾ ਹਿੱਸਾ ਹੈ ਉਹ ਨੈਕਸਟ ਲੈਕਚਰ 'ਚ ਡਿਸਕਸ ਕਰਾਂਗੇ। ਉਹਦੇ 'ਚ ਅਸੀਂ ਤੁਹਾਨੂੰ ਜਿਹੜਾ ਹੈ ਸਮ ਵੀ ਜਿਹੜੇ ਅਸੀਂ ਤੁਹਾਨੂੰ ਜਿਹੜੇ ਵਿੱਚ ਨਾਲ ਦੇਣੇ ਆ, ਇਥੇ ਇਕੁਏਸ਼ਨਾਂ ਡਰਾ ਵੀ ਕਰਨੀਆਂ ਨੇ। ਬਹੁਤ ਹੀ ਇੰਪੋਰਟੈਂਟ ਹੋਏਗਾ ਸਾਡਾ ਜਿਹੜਾ ਨੈਕਸਟ ਲੈਕਚਰ ਇਹਦੇ ਬੇਸ ਦੇ ਉੱਪਰ। ਨਾਓ ਇੱਕ ਚੀਜ਼ ਬੇਟਾ ਸਾਨੂੰ ਕਲੀਅਰ ਹੋ ਗਈ ਕਿ y is a function of x, ਕਿ y x ਦਾ ਫੰਕਸ਼ਨ ਹੈ। y ਦੀ ਵੈਲਿਊ x ਉੱਪਰ ਡਿਪੈਂਡ ਕਰਦੀ ਹੈ। ਜੋ x ਕਹੇਗਾ ਸਾਨੂੰ y ਨੂੰ ਮੰਨਣਾ ਹੀ ਪਏਗਾ। ਕਈ ਤਰ੍ਹਾਂ ਦੇ ਫੰਕਸ਼ਨ ਤੁਸੀਂ ਨੋਟ ਕੀਤੇ। ਇਸ ਦੇ ਵਿੱਚ ਤੁਸੀਂ ਬੇਟਾ ਇਸ ਗ੍ਰਾਫ ਨੂੰ ਮੈਂ ਤੁਹਾਨੂੰ ਰਿਕੁਐਸਟ ਕਰਦਾ ਹਾਂ ਅੱਛੇ ਤਰੀਕੇ ਨਾਲ ਸਮਝਣ ਲਈ। ਤੁਸੀਂ ਇੱਥੇ ਅੱਜ y ਮੈਂ 2x ਲਈ ਹੈ, ਤੁਸੀਂ y 3x 4x ਐਨੀ ਵੈਲਿਊ ਤੁਸੀਂ ਲੈ ਕੇ ਤੁਸੀਂ ਗ੍ਰਾਫ ਪਲਾਟ ਕਰਕੇ ਦੇਖੋ। ਇੱਥੇ ਜੋ ਮਰਜ਼ੀ ਤੁਸੀਂ ਲਿਖ ਸਕਦੇ ਜੇ, 5 ਲਿਖ ਲਓ, 10 ਲਿਖ ਲਓ। ਮੈਂ 2 ਇਸ ਕਰਕੇ ਲਿਖਿਆ ਕਿਉਂਕਿ ਕੈਲਕੂਲੇਸ਼ਨ ਮੇਰੀ ਸੌਖੀ ਹੋ ਗਈ। ਜੋ ਮਰਜ਼ੀ ਇੱਥੇ ਤੁਸੀਂ ਲਿਖ ਲਓ ਤੇ ਇਹਦਾ ਗ੍ਰਾਫ ਪਲਾਟ ਕਰੋ। ਉਸੇ ਗ੍ਰਾਫ ਦੇ ਉੱਪਰ ਬੇਟਾ ਤੁਸੀਂ ਜਿਹੜੀਆਂ ਦੋ ਵੈਲਿਊਜ਼ ਜਿਹੜੀਆਂ ਉਹ ਲੈਣੀਆਂ ਨੇ। ਵੈਲਿਊ ਲੈਣ ਤੋਂ ਬਾਅਦ ਇਸੇ ਤਰੀਕੇ ਨਾਲ ਪਰਪੈਂਡੀਕੂਲਰ ਡਰਾ ਕਰਕੇ ਤੁਸੀਂ tan ਥੀਟਾ ਨਿਕਾਲਣ ਦੀ ਕੋਸ਼ਿਸ਼ ਕਰੋ। ਇੱਕ ਤੁਹਾਡੀ ਬੇਟਾ ਪ੍ਰੈਕਟਿਸ ਹੋ ਜਾਏਗੀ। ਹਾਂਜੀ ਬੇਟਾ ਕਲੀਅਰ। What does this constant represent? This represents the slope. Now one question is, मैं रब करने लगा। Now एक क्वेश्चन है, if I write y equal to 3x और y equal to 5x, ਇਸ ਦਾ ਸਲੋਪ ਕਿੰਨਾ ਹੈ 2, ਇਸ ਦਾ ਸਲੋਪ ਕਿੰਨਾ ਹੈ 3, ਇਹਦਾ 5 ਹੈ। ਸਲੋਪ ਸਾਨੂੰ ਇਸ ਗ੍ਰਾਫ ਤੋਂ ਪਤਾ ਲੱਗ ਗਿਆ। ਹੁਣ ਕੁਐਸਚਨ ਤੁਹਾਡੇ ਵਾਸਤੇ ਹੈ ਕਿ ਜੇਕਰ ਮੈਂ ਗ੍ਰਾਫ ਪਲਾਟ ਕਰਾਂ ਬੇਟਾ 3, A ग्राफ, B ग्राफ एंड C ग्राफ, मैं 3 ग्राफ ਜਿਹੜੇ ਨੇ ਪਲਾਟ ਕੀਤੇ ਨੇ ਤਿੰਨਾਂ ਇਕੁਏਸ਼ਨਾਂ ਦੇ। ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਹਦੇ ਵਿੱਚੋਂ y 5x ਵਾਲਾ ਕਿਹੜਾ ਗ੍ਰਾਫ ਹੋ ਸਕਦਾ ਹੈ, A, B ਕੇ C। ਸਭ ਨਾਲੋਂ ਪਹਿਲਾਂ ਤੁਸੀਂ ਕੀ ਸਿੱਖਿਆ ਕਿ ਅਸੀਂ ਸਲੋਪ ਦੇਖਣਾ ਹੈ। ਸਲੋਪ ਜਿਹੜੀ ਹੈ ਉਹ ਢਲਾਨ ਜਿਹੜੀ ਐਂਗਲ ਤੇ ਡਿਪੈਂਡ ਕਰਦੀ ਹੈ ਤੇ ਐਂਗਲ ਦੇ ਅਕੋਰਡਿੰਗ ਉਹਦੀ ਵੈਲਿਊ ਆਏਗੀ tan ਥੀਟਾ। ਨਾਓ ਹੇਅਰ ਇਜ਼ ਸਲੋਪ 2, ਹੇਅਰ ਇਜ਼ 3, ਹੇਅਰ ਇਜ਼ 5। ਇੱਥੇ ਸਲੋਪ ਸਭ ਨਾਲੋਂ ਜ਼ਿਆਦਾ ਹੈ। ਜੇ ਸਲੋਪ ਜ਼ਿਆਦਾ ਹੈ ਤੇ ਅੰਡਰਸਟੂਡ ਹੈ ਕਿ ਜਿਹੜਾ ਗ੍ਰਾਫ x ਐਕਸਿਸ ਦੇ ਨਾਲ ਜ਼ਿਆਦਾ ਐਂਗਲ ਬਣਾਉਂਦਾ ਹੋਏਗਾ ਉਹ ਵਾਲਾ ਜਿਹੜਾ ਹੈ ਇਕੁਏਸ਼ਨ ਤੁਹਾਡੇ ਕੋਲ y 5x ਆਏਗੀ। ਇਹਦਾ ਗ੍ਰਾਫ ਐਂਗਲ ਨੋਟ ਕਰੋ, ਇੱਕ ਆ ਐਂਗਲ ਹੈ ਤੇ ਇੱਕ ਆ। ਸਭ ਨਾਲੋਂ ਵੱਡਾ ਐਂਗਲ ਜਿਹੜਾ ਹੈ C ਗ੍ਰਾਫ ਨੇ ਬਣਾਇਆ, ਇਸ ਕਰਕੇ ਜਿਹੜਾ C ਗ੍ਰਾਫ ਹੈ that will be for equation y 5x. Now that will be for y 3x and that will be for y 2x because slope ਜਿਹੜਾ ਹੈ ਉਹਦੇ ਅਕੋਰਡਿੰਗ ਹੀ ਜਿਹੜਾ ਗ੍ਰਾਫ ਸਾਡੇ ਕੋਲ ਆਉਂਦਾ ਹੈ। ਹਾਂਜੀ ਬੇਟਾ clear. Now in the next lecture
we will discuss more about straight lines. Thank you.